ਨਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਸਮੇਤ ਭਾਰਤ ਦੇ 5 ਸੂਬਿਆਂ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਜ਼ਾਬਤਾ ਲਾਗੂ ਹੋਣ ਦੇ ਨਾਲ ਕੀ ਕੁਝ ਬਦਲ ਜਾਂਦਾ ਹੈ ਉਹ ਵੀ ਤੁਹਾਨੂੰ ਇੱਕ ਹੋਰ ਖਬਰ ਦੇ ਵਿੱਚ ਦੱਸਾਂਗੇ। ਪੰਜਾਬ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ 14 ਫਰਵਰੀ ਨੂੰ ਹੋਣਗੀਆਂ। 10 ਮਾਰਚ ਨੂੰ ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਆਉਣਗੇ। 5 ਸੂਬਿਆਂ ਦੇ ਵਿੱਚ 7 ਪੜਾਵਾਂ ਦੇ ਵਿੱਚ ਵੋਟਾਂ ਪੈਣਗੀਆਂ। ਹਾਲਾਂਕਿ ਪੰਜਾਬ ਦੇ ਵਿੱਚ ਇੱਕੋ ਪੜਾਅ ਦੇ ਵਿੱਚ ਵੋਟਾਂ ਹੋਣਗੀਆਂ। ਸਿਆਸੀ ਪਾਰਟੀਆਂ ਦੇ रोड शो ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਰੈਲੀਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। 15 ਜਨਵਰੀ ਤੱਕ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਕੋਈ ਚੋਣ ਪ੍ਰਚਾਰ ਨਹੀਂ ਕਰ ਸਕਦਾ। 5 ਜਣੇ ਹੀ ਡੋਰ ਟੂ ਡੋਰ ਕੈਂਪੇਨ ਕਰ ਸਕਣਗੇ। ਤੇ ਇੱਕ ਹੋਰ ਬੜੀ ਜਿਹੜੀ ਜ਼ਰੂਰੀ ਗੱਲ ਹੈ ਕਿ ਪੇਪਰ ਭਰਨ ਤੋਂ ਪਹਿਲਾਂ ਯਾਨੀ ਕਿ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਜਨਤਕ ਕਰਵਾਉਣਾ ਲਾਜ਼ਮੀ ਹੋਵੇਗਾ ਉਮੀਦਵਾਰਾਂ ਦੇ ਲਈ। ਵੋਟਾਂ ਪਾਉਣ ਦਾ ਸਮਾਂ ਵੀ 1 ਘੰਟਾ ਵਧਾ ਦਿੱਤਾ ਗਿਆ ਹੈ ਤੇ ਇਸ ਵਾਰੀ ਵੋਟਾਂ ਨੇ ਜਿਹੜੀਆਂ ਉਹ ਕਰੋਨਾ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਿਕ ਹੀ ਕਰਵਾਈਆਂ ਜਾਣਗੀਆਂ। ਸੋ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। 5 ਸੂਬੇ ਪੰਜਾਬ, यूपी, उत्तराखंड, गोवा ਤੇ ਮਣੀਪੁਰ ਇੱਥੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 5 ਸੂਬਿਆਂ ਦੇ ਵਿੱਚੋਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਇਸ ਵਾਰੀ ਉੱਤਰ ਪ੍ਰਦੇਸ਼ ਤੋਂ ਹੋਏਗਾ 10 ਫਰਵਰੀ ਤੋਂ। ਪੰਜਾਬ ਦੇ ਵਿੱਚ ਫਿਰ 14 ਫਰਵਰੀ ਨੂੰ ਪੈਣਗੀਆਂ ਵੋਟਾਂ। ਉੱਤਰ ਪ੍ਰਦੇਸ਼ ਦੇ ਵਿੱਚ 7 ਪੜਾਵਾਂ ਦੇ ਵਿੱਚ ਵੋਟਾਂ ਪੈਣਗੀਆਂ। ਮਣੀਪੁਰ ਦੇ ਵਿੱਚ 2 ਪੜਾਵਾਂ ਦੇ ਵਿੱਚ, ਪੰਜਾਬ, ਉੱਤਰਾਖੰਡ ਤੇ ਗੋਆ ਦੇ ਵਿੱਚ ਇੱਕ ਪੜਾਅ ਦੇ ਵਿੱਚ ਹੀ ਵੋਟਾਂ ਪੈ ਜਾਣਗੀਆਂ। ਤੇ ਇੱਕ ਹੋਰ ਬੜੀ ਜ਼ਰੂਰੀ ਗੱਲ ਇਹ ਹੈ ਕਿ 80 ਸਾਲ ਤੋਂ ਵੱਧ ਉਮਰ ਦੇ ਜਿਹੜੇ ਬਜ਼ੁਰਗ ਨੇ ਅਤੇ ਕਰੋਨਾ ਦੇ ਮਰੀਜ਼ ਉਹਨਾਂ ਤੋਂ ਘਰੋਂ ਜਾ ਕੇ ਵੋਟਾਂ ਪਵਾਈਆਂ ਜਾਣਗੀਆਂ ਤੇ ਵੋਟਾਂ ਨੇ ਜਿਹੜੀਆਂ ਉਹ ਈਵੀਐਮ ਮਸ਼ੀਨ ਦੇ ਰਾਹੀਂ ਹੀ ਪੈਣਗੀਆਂ। ਬੈਲਟ ਸਿਸਟਮ ਹੈ ਜਿਹੜਾ ਉਹ ਭਾਰਤ ਦੇ ਵਿੱਚ ਖਤਮ ਹੀ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਚੋਣ ਕਮਿਸ਼ਨ ਦੀ ਤਾਂ ਥੱਲੇ ਲੋਕ ਨੇ ਜਿਹੜੇ ਉਹ ਬੜੇ ਕਮੈਂਟ ਕਰ ਰਹੇ ਸੀ YouTube ਦੇ ਉੱਤੇ ਕਿ ਬੈਲਟ ਸਿਸਟਮ ਦੇ ਰਾਹੀਂ VOTING ਹੈ ਜਿਹੜੀ ਉਹ ਕਰਵਾਈ ਜਾਣੀ ਚਾਹੀਦੀ ਹੈ। ਸੋ ਜਿਹੜੀਆਂ ਰੋਕਾਂ ਨੇ ਇਸ ਵਾਰੀ ਲਾਈਆਂ ਗਈਆਂ ਉਹ ਵੀ ਸ਼ਾਇਦ ਪਹਿਲੀ ਵਾਰੀ ਲੱਗੀਆਂ ਨੇ ਕਿਉਂਕਿ ਸਿਆਸੀ ਪਾਰਟੀਆਂ ਨੂੰ ਰੋਡ ਸ਼ੋ ਕਰਨ ਅਤੇ ਪੈਦਲ ਮਾਰਚ ਕਰਨ, ਕਿਸੇ ਵੀ ਤਰ੍ਹਾਂ ਦੀ ਰੈਲੀ ਕਰਨ ਤੋਂ ਰੋਕ ਦਿੱਤਾ ਗਿਆ ਹੈ। ਮਹਾਮਾਰੀ ਹੋਣ ਕਰਕੇ ਡੋਰ ਟੂ ਡੋਰ ਪ੍ਰਚਾਰ ਸਿਰਫ 5 ਜਣੇ ਹੀ ਕਰ ਸਕਣਗੇ। ਤੇ ਹੁਣ ਤੁਹਾਡੇ ਮਨ ਦੇ ਵਿੱਚ ਸਭ ਦੇ ਸਵਾਲ ਉੱਠੇਗਾ ਕਿ ਕੀ ਜਿਹੜੀਆਂ ਇਹ ਰੋਕਾਂ ਲਾਈਆਂ ਗਈਆਂ ਨੇ ਉਹਨਾਂ ਦੇ ਉੱਤੇ ਕੋਈ ਧਿਆਨ ਵੀ ਰੱਖਿਆ ਜਾਊਗਾ। ਚੋਣ ਕਮਿਸ਼ਨ ਨੇ ਐਪ ਜਾਰੀ ਕੀਤੀ ਹੈ, ਜਨ ਭਾਗੀਦਾਰੀ ਐਪ। ਉਹ ਐਪ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ। ਉਹਦੇ ਤੇ ਤੁਸੀਂ ਕੰਪਲੇਂਟ ਵੀ ਦਰਜ ਕਰਵਾ ਸਕਦੇ ਹੋ, ਫੋਟੋ ਖਿੱਚ ਕੇ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿਤੇ ਕੁਝ ਇਤਰਾਜ਼ਯੋਗ ਹੋ ਰਿਹਾ ਹੈ, ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਤੁਸੀਂ ਫੋਟੋ ਖਿੱਚ ਕੇ ਪਾ ਸਕਦੇ ਹੋ। 24 ਘੰਟੇ ਦੇ ਵਿੱਚ ਕਾਰਵਾਈ ਹੋਵੇਗੀ ਇਸ ਐਪ ਦੇ ਉੱਤੇ। ਭਾਰਤ ਦੇ ਜਿਹੜੇ ਸੂਬਿਆਂ ਦੇ ਵਿੱਚ ਵੋਟਾਂ ਪੈਣੀਆਂ ਉਹਨਾਂ ਸਾਰਿਆਂ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਦਿੱਤੀ ਜਾਏਗੀ। ਤੇ ਇਸ ਵਾਰੀ 16% ਪੋਲਿੰਗ ਸਟੇਸ਼ਨ ਵੀ ਵਧਾ ਦਿੱਤੇ ਗਏ ਨੇ ਕਰੋਨਾ ਦੀਆਂ ਹਦਾਇਤਾਂ ਦੇ ਚੱਲਦਿਆਂ ਹੋਇਆਂ, ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਹੋਇਆਂ। The first date of the issue of notification will be 14th January 2022 and which will start from Uttar Pradesh. This will be the first phase of Uttar Pradesh. The issue of notification is 14 January. Last date of nominations 21st January. Scrutiny of nominations 24th January. Last date of withdrawal of candidature 27th January. And date of poll 10th February 2022. This is the first phase. Now let us come to the second phase, which is a very important phase. In second phase, we will be covering 4 states. Uttar Pradesh second phase. Punjab in one phase, Uttarakhand in one phase, Goa in one phase. So Uttar Pradesh, Punjab, Uttarakhand and Goa. In second phase, Punjab, Uttarakhand, Goa will be over. And here the issue of notification will be 21st January. Last date of nominations 28th January. Scrutiny of nominations 29th January. And last date of withdrawal of candidature 31st January, and date of poll 14th February, that is Monday. Third phase, only Uttar Pradesh. That is issue of notification 25th January. Last date of nominations 1st February. Scrutiny of nominations 2nd February. Last date of withdrawal of candidature 4th February, and date of poll 20th February, that is Sunday. Uttar Pradesh 4th phase, issue of notification 27th January, last date of nominations 3rd February, scrutiny of nominations 4th February, last date of withdrawal of candidature 7th February,
and date of poll 23rd February. Uttar Pradesh 5th phase and first phase of Manipur. Manipur will be done in 2 phases. So on 5th phase, we will be having Uttar Pradesh 5th phase and Manipur first phase. Here the issue of notification is 1st February. Last date of notification, last nomination 8th February. Scrutiny of nominations 9th February. Last date of withdrawal of candidature 11th February. And date of poll will be 27th February 2022. Uttar Pradesh 6th phase and Manipur 2nd phase. Here the issue of notification will be 4th February 2022. Last date of nominations 11th February 2022. Scrutiny of nominations 14th February 2022. Last date of withdrawal of candidature 16th February and date of poll 3rd March, that is Thursday. That way Manipur also completed the 6th phase. Uttar Pradesh 7th phase. Issue of notifications 10th February. Last date of nominations 17th February. Scrutiny of nominations 18th February. Last date of withdrawal of candidature is 21st February and date of poll is 7th March. So on 7th March all polling will be over and the date of counting is 10th March 2022, that is Thursday. Last time 2017, the election was announced on 4th of January and the counting was on 11th and here we are announcing on 8th. So we are squeezing the time as also and the faces also. तो 5 ਸੂਬਿਆਂ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਜਾਣਕਾਰੀ ਥੋੜੀ ਜੀ ਹੋਰ ਸਾਨੂੰ ਦੇ ਦਿੰਨੇ ਆ ਸੰਖੇਪ ਦੇ ਵਿੱਚ ਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ ਦੇ ਉੱਤੇ ਵੋਟਾਂ ਪੈਣਗੀਆਂ। ਯੂਪੀ ਦੇ ਵਿੱਚ ਸਭ ਤੋਂ ਵੱਧ ਨੇ 403, ਉੱਤਰਾਖੰਡ ਦੇ ਵਿੱਚ 70, ਮਣੀਪੁਰ ਦੇ ਵਿੱਚ 60 ਤੇ ਗੋਆ ਦੇ ਵਿੱਚ 40 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣ ਜਾ ਰਹੀਆਂ ਨੇ। 690 ਵਿਧਾਨ ਸਭਾ ਹਲਕੇ ਨੇ 5 ਸੂਬਿਆਂ ਦੇ। 18.5 ਕਰੋੜ ਦੇ ਕਰੀਬ ਨੇ ਜਿਹੜੇ ਉਹ ਲੋਕ ਵੋਟਾਂ ਪਾਉਣਗੇ। 18 ਲੱਖ ਇਸ ਵਾਰੀ ਨਵੇਂ ਵੋਟਰ ਨੇ ਚੋਣ ਕਮਿਸ਼ਨ ਦੇ ਦੱਸਣ ਦੇ ਮੁਤਾਬਿਕ। ਇਹਨਾਂ ਦੇ ਵਿੱਚੋਂ ਵੋਟਰਾਂ ਦੇ ਵਿੱਚੋਂ 8,55,000 ਜਿਹੜੀਆਂ ਬੀਬੀਆਂ ਵੋਟਰ ਨੇ। ਸੋ ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਸਮੇਤ ਇਹਨਾਂ 5 ਸੂਬਿਆਂ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ। ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਕੀ ਹੁੰਦਾ ਹੈ, ਇੱਕ ਲਾਈਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜ਼ਾਬਤਾ ਜਦੋਂ ਲਾਗੂ ਹੋ ਜਾਂਦਾ ਤਾਂ ਕੋਈ ਵੀ ਸਰਕਾਰ ਹੈ ਜਿਹੜੀ ਉਹ ਆਪਣੇ ਸੂਬੇ ਦੇ ਲੋਕਾਂ ਦੇ ਲਈ ਕੋਈ ਵੀ ਐਲਾਨ ਨਹੀਂ ਕਰ ਸਕਦੀ, ਕੋਈ ਨੀਂਹ ਪੱਥਰ ਨਹੀਂ ਰੱਖ ਸਕਦੀ। ਜੋ ਕੁਝ ਹੋਣਾ ਸੀ ਇਸ ਤੋਂ ਪਹਿਲਾਂ ਹੋ ਚੁੱਕਿਆ, ਜਿੰਨਾ ਕੁਝ ਤੁਹਾਨੂੰ ਮਿਲਣਾ ਸੀ ਉਹ ਮਿਲ ਚੁੱਕਿਆ। ਇਸ ਤੋਂ ਬਾਅਦ ਨਾ ਚੰਨੀ ਸਰਕਾਰ ਤੇ ਨਾ ਕੋਈ ਹੋਈ ਹੋਰ ਸਰਕਾਰ ਜਿੱਥੇ ਵੋਟਾਂ ਪੈਣੀਆਂ ਨੇ ਉਹ ਹੁਣ ਤੁਹਾਡੇ ਲਈ ਕੋਈ ਐਲਾਨ ਨਹੀਂ ਕਰ ਸਕਦੇ। ਸੋ ਸਾਰੇ ਜਿਹੜੇ ਹੁਣ ਤੱਕ ਐਲਾਨ ਕੀਤੇ ਸੀ ਉਹਨਾਂ ਵਿੱਚੋਂ ਜਿਹੜੇ ਨਹੀਂ ਪੂਰੇ ਹੋਏ ਤੁਸੀਂ ਸਮਝ ਲਓ ਕਿ ਉਹ ਇਸ ਵਾਰੀ ਤਾਂ ਨਹੀਂ ਪੂਰੇ ਹੋਣੇ। ਧੰਨਵਾਦ।